ਸੂਰਠ ਮਹਲਾ ਪੰਜਵਾ। ਗੁਰਪੂਰਾ ਭੇਟਿਓ ਬੜ ਭਾਗੀ, ਮਨਹਿ ਭਇਆ ਪਰਗਾਸਾ। ਕੋਇ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਕੋਇ ਨਾ ਪਹੁੰਚਨ ਹਾਰਾ ਦੂਜਾ, अपने साहिब का परवासा। अपने सतगुर का बलिहार, आगे सुख पाछे सुख सहजा। घर आनंद हमारे रहाओ, अंतर्जामी करण हारा। सोई खसम हमारा, निर्भव भये गुर चरणी लागे। एक राम नाम आधारा, सफल दर्शन अकाल मूरत प्रभ। है पी होवन हारा, कंठ लगाए अपने जन राखे। अपनी प्रीत प्यारा, वड्डी वड्याई अचरज शोभा। कारज आया रासे, नानक को गुरपूरा भेटियो। सगले दुख विनासे, वड्डी वड्याई अचरज शोभा। कारज आया रासे, नानक को गुरपूरा भेटियो। सगले दुख विनासे। वाहिगुरु जी का खालसा, वाहिगुरु जी की फतेह। सिख मत सब बुद्ध तुम्हारी, मंदिर शामा तेरे। तुझ बिन अवर ना जाना मेरे साहिबा। गुण गावा नित तेरे। जेता जियो पिंड सब तेरा, तू अंतर जामी पुरख भगवान। दासन दास कह जन नानक, जिहा तू कराहे तेहा हों करी वखियान। वाहिगुरु जी का खालसा, वाहिगुरु जी की फतेह। परम सन्मानयोग धन धन चवर छतर तख्त दे मालक, ज्ञान दे सागर, भगति और वैराग दे मुजस्मे, दीना बंधु भगत वशल महाकृपालु दयालु सतगुरु श्री गुरु ग्रंथ साहिब सच्चे पातशाह जी की पावन हजूरी दे अंदर महान और पवित्र मुकद्दस अस्थान मंजी साहिब विखे आप जी
ਜੁੜ ਬੈਠੇ ਹੋ। ਮਹਾਨ ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਯਾਤਰਾ ਕਰਦੇ ਹੋਏ, ਹਾਜ਼ਰੀਆਂ ਭਰਦੇ ਹੋਏ, ਆਪਣੇ ਅਨਮੋਲਕ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਜਨਮ ਔਰ ਕੀਮਤੀ ਸਵਾਸਾਂ ਨੂੰ ਸਫਲਿਆਂ ਕਰਨ ਦਾ ਯਤਨ ਕਰ ਰਹੇ ਹੋ। ਸਮਾਂ ਗੁਰ ਸ਼ਬਦ ਦੀ ਵਿਚਾਰ ਦਾ ਹੈ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ, ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਗੁਰੂ ਚਰਨਾਂ ਦੇ ਵਿੱਚ ਸੁਰਤੀਆਂ ਬਿਰਤੀਆਂ ਨੂੰ ਜੋੜੋ, ਤਾਂ ਕਿ ਗੁਰੂ ਦਰ ਤੇ ਆਉਣਾ ਸਾਡਾ ਸਫਲਾ ਹੋ ਸਕੇ, ਸਾਨੂੰ ਆਪਣੇ ਜੀਵਨ ਮਨੋਰਥ ਦੀ ਸਮਝ ਪੈ ਸਕੇ। ਜੋ ਗੁਰੂ ਨੇ ਵਾਕ ਹੁਕਮ ਸਾਨੂੰ ਬਖਸ਼ਿਆ ਹੈ, ਉਹ ਸਾਡੇ ਜੀਵਨ ਦੇ ਵਿੱਚ ਘਰ ਕਰ ਜਾਵੇ ਔਰ ਸਾਡਾ ਜੀਵਨ ਗੁਰੂ ਦੇ ਸ਼ਬਦ ਆਸ਼ੇ ਉਪਦੇਸ਼ ਅਨੁਸਾਰ ਜਿਉਂਦਿਆਂ ਹੋਇਆਂ ਸਫਲ ਹੋ ਸਕੇ। ਲਵਾਓ ਹਾਜ਼ਰੀ। ਵਿਚਾਰਾਂ ਦੇ ਨਾਲ ਜੁੜਦੇ ਹੋਏ ਕਰੋ ਰਸਨਾ ਪਵਿੱਤਰ। ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪਰਗਾਸਾ। ਪੂਰਨ ਗੁਰੂ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਜਿਹਨੂੰ ਮਿਲ ਪੈਂਦਾ ਹੈ ਜੀਵਨ ਦੇ ਵਿੱਚ, ਇਹ ਮਿਲਦਾ ਬੜੀ ਵੱਡੀ ਕਿਸਮਤ ਦੇ ਨਾਲ ਹੈ, ਭਾਗਾਂ ਦੇ ਨਾਲ ਮਿਲਦਾ ਹੈ। ਅਸੀਂ ਕਹੀਏ ਐਵੇਂ ਮਿਲ ਪੈਂਦਾ ਹੈ, ਔਰ ਜਿਹਨੂੰ ਮਿਲ ਜਾਵੇ ਫਿਰ ਉਹਦੇ ਜੀਵਨ ਦਾ ਹਨੇਰਾ ਨਹੀਂ ਰਹਿੰਦਾ, ਉਹਦੇ ਅੰਦਰ ਚਾਨਣ ਹੋ ਜਾਂਦਾ ਹੈ। ਅਗਿਆਨਤਾ ਦਾ ਸਾਰਾ ਹਨੇਰਾ ਹੁੰਝਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਪੂਰਾ ਗੁਰੂ ਮਿਲ ਪਿਆ ਹੈ। ਪੂਰੇ ਗੁਰੂ ਦੇ ਭੇਟਿਓ ਸ਼ਬਦ ਦਾ ਮਤਲਬ ਹੈ ਮਿਲ ਪੈਣਾ। ਪੂਰੇ ਗੁਰੂ ਦੇ ਮਿਲਾਪ ਦੇ ਨਾਲ, ਵੱਡੀ ਕਿਸਮਤ ਦੇ ਨਾਲ ਮਿਲਿਆ ਹੈ। ਮੇਰੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਚਾਨਣ ਹੋ ਗਿਆ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਹੁਣ ਮੈਨੂੰ ਆਪਣੇ ਮਾਲਕ ਦਾ ਆਸਰਾ ਹੋ ਗਿਆ ਹੈ। ਪਰਵਾਸੇ ਦਾ ਮਤਲਬ ਹੈ ਆਸਰਾ। ਔਰ ਇਹ ਮੇਰਾ ਯਕੀਨ ਪੱਕਾ ਵੱਜ ਗਿਆ ਹੈ ਕਿ ਮੇਰੇ ਗੁਰੂ ਵਰਗਾ ਹੋਰ ਦੁਨੀਆ ਦੇ ਅੰਦਰ ਦੂਜਾ ਕੋਈ ਨਹੀਂ ਹੈ। ਕੋਈ ਨਾ ਪਹੁੰਚਣ ਹਾਰਾ ਦੂਜਾ, ਕੋਈ ਉਹਦੀ ਬਰਾਬਰੀ ਨਹੀਂ ਕਰ ਸਕਦਾ ਗੁਰੂ ਦੀ। ਦੁਨੀਆ ਦੇ ਅੰਦਰ ਹੈ ਕੋਈ ਐਸਾ ਜਿਹੜਾ ਗੁਰੂ ਦੇ ਸਮਾਨ ਹੋਵੇ? ਕਹਿੰਦੇ ਨਹੀਂ। ਨਾ ਕੋਈ ਬਾਣੀ ਪੜ੍ਹ ਲਓ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਸੇ ਐਸੇ ਥਾਂ ਦੇ ਉੱਪਰ ਜਿੱਥੇ ਲਿਖਿਆ ਹੋਵੇ ਕਿ ਕੋਈ ਬਰਾਬਰੀ ਕਰ ਸਕਦਾ ਹੈ, ਨਹੀਂ ਬਰਾਬਰੀ ਕਰ ਸਕਦਾ। ਕਹਿੰਦੇ ਮਹਾਰਾਜ, ਨਾ ਉਹਦੇ ਵਰਗਾ ਕੋਈ ਤੀਰਥ, ਨਾ ਉਹਦੇ ਵਰਗਾ ਕੋਈ ਪਿਤਾ, ਨਾ ਉਹਦੇ ਵਰਗਾ ਕੋਈ ਮਾਤਾ, ਨਾ ਉਹਦੇ ਵਰਗਾ ਕੋਈ ਸੱਜਣ ਸੈਣ ਮਿੱਤਰ ਸੰਬੰਧੀ। ਸਾਰੇ ਸ਼ਬਦ ਹਜ਼ੂਰ ਨੇ ਆਪਣੇ ਗੁਰੂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਵਰਤੇ ਨੇ। ਤੇ ਕੋਈ ਇਹੋ ਜਿਹਾ ਨਹੀਂ ਹੈ ਦੁਨੀਆ ਦੇ ਅੰਦਰ ਦੂਜਾ ਜਿਹੜਾ ਉਸ ਗੁਰੂ ਦੀ ਬਰਾਬਰੀ ਕਰ ਸਕੇ। ਉਹਦੇ ਸਮਾਨ ਹੋਰ ਦੂਜਾ ਕੋਈ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਸਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਜੀਵਨ ਦੇ ਵਿੱਚ ਗੁਰੂ ਨਹੀਂ ਹੈ,
ਮਨੁੱਖ ਜੀਵਨ ਦੇ ਵਿੱਚ ਗੁਰੂ ਨੂੰ ਮਿਲਿਆ ਨਹੀਂ ਹੈ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਹੈ, ਤੇ ਸਮਝ ਲਵੇ ਕਿ ਉਹਦਾ ਇਸ ਸੰਸਾਰ ਦੇ ਉੱਪਰ ਆਉਣਾ, ਇਸ ਧਰਤੀ ਦੇ ਉੱਪਰ ਜਨਮ ਲੈਣਾ ਉਹਦਾ ਵਿਅਰਥ ਹੈ। ਪੱਟਾਂ ਦੇ ਸਵਈਏ ਪੜ੍ਹੀਏ, ਉਹ ਕਹਿੰਦੇ ਨੇ ਜੇ ਕੋਈ ਕਵੇ ਕਿ ਜ਼ਿੰਦਗੀ ਦਾ ਹਨੇਰਾ ਕਿਸੇ ਹੋਰ ਦੀਪਕ ਦੇ ਨਾਲ, ਕਿਸੇ ਹੋਰ ਲੋ ਦੇ ਨਾਲ ਮਿਟ ਜਾਵੇਗਾ, ਅਧਿਆਤਮਿਕ ਜੀਵਨ ਦੇ ਵਿੱਚ ਆਤਮਿਕ ਚਾਨਣ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਕਦੇ ਨਹੀਂ ਮਿਟਦਾ। ਅਸਲ ਵਿੱਚ ਜਿਹੜਾ ਸ਼ਬਦ ਗੁਰੂ ਹੀ ਹੈ ਨਾ, ਇਹ ਗੁਰੂ ਸ਼ਬਦ ਹੀ ਆਪਣੇ ਆਪ ਦੇ ਵਿੱਚ ਜਿਹੜਾ ਹੈ, ਇਸ ਨੂੰ ਜਦੋਂ ਇਹਦੀ ਵਿਆਖਿਆ ਕਰੀਏ ਤੇ ਇਹ ਆਪਣੇ ਆਪ ਦੇ ਵਿੱਚ ਸ਼ਬਦ ਹੀ ਇਹੋ ਜਿਹਾ ਹੈ ਜਿਹਦਾ ਮਤਲਬ ਹੈ ਨਿਗਲ ਜਾਣਾ। ਗ੍ਰੀ ਧਾਤੂ ਤੋਂ ਬਣਿਆ ਹੈ ਇਹ ਸ਼ਬਦ। ਗ੍ਰੀ ਧਾਤੂ ਦਾ ਮਤਲਬ ਹੈ ਨਿਗਲ ਜਾਣਾ, ਤੇ ਰੂਹ ਦਾ ਮਤਲਬ ਹੈ ਪ੍ਰਕਾਸ਼ ਕਰ ਦੇਣਾ। ਹੁਣ ਨਿਗਲਦਾ ਕੀ ਹੈ? ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਗ੍ਰੀ ਗੁਰੂ ਤੇ ਰੂਹ ਦਾ ਮਤਲਬ ਹੈ ਚਾਨਣ ਕਰਨਾ, ਪ੍ਰਕਾਸ਼ ਕਰਨਾ। ਤੇ ਨਿਗਲਦਾ ਕੀ ਹੈ? ਨਿਗਲਣਾ ਮਤਲਬ ਹੈ ਖਾਣਾ। ਖਾ ਕੀ ਜਾਂਦਾ ਹੈ? ਅਗਿਆਨਤਾ ਨੂੰ ਖਾ ਜਾਂਦਾ ਹੈ, ਹਨੇਰੇ ਨੂੰ ਖਾ ਜਾਂਦਾ ਹੈ। ਚਾਨਣ, ਜਿੱਥੇ ਦੀਵਾ ਜਗਾ ਦਿਓ ਉੱਥੇ ਹਨੇਰਾ ਰਹਿੰਦਾ ਹੈ ਕਿਤੇ? ਜਿੱਥੇ ਸਵਿਚ ਔਨ ਕਰਦੇ ਹੋ ਬੱਤੀ ਲਾਈਟ ਦਾ, ਕਿਸੇ ਦਾ ਵੀ ਅੱਜ ਦੇ ਟਾਈਮ ਵਿੱਚ ਲੈ ਲਈਏ, ਪਹਿਲਿਆਂ ਸਮਿਆਂ ਵਿੱਚ ਦੀਵੇ ਜਗਦੇ ਸਨ, ਜੋਤ ਜਗਦੀ ਸੀ, ਉਹਦਾ ਸਾਧਨ ਉਹ ਸੀ। ਅੱਜ ਦੇ ਸਮੇਂ ਦੇ ਵਿੱਚ ਇਲੈਕਟ੍ਰਿਕ ਹੈ। ਪਰ ਚਾਨਣ ਕਿਸੇ ਵੀ ਤਰ੍ਹਾਂ ਦੇ ਨਾਲ ਹੋਵੇ, ਜਿੱਥੇ ਚਾਨਣ ਹੋ ਗਿਆ ਉੱਥੇ ਹਨੇਰੇ ਦਾ ਕੋਈ ਕੰਮ ਨਹੀਂ ਹੈ, ਉੱਥੋਂ ਹਨੇਰਾ ਮਿਟ ਗਿਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰਹੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਥ ਸੰਸਾਰ ਮਹਿ। ਪਹਿਲੀਆਂ ਪੰਕਤੀਆਂ ਨੂੰ ਜੇ ਅਸੀਂ ਬਰੀਫਲੀ ਦੇ ਵਿੱਚ ਲਈਏ ਤੇ ਅਸੀਂ ਇਹ ਕਹਿ ਸਕਦੇ ਹਾਂ, ਗੁਰੂ ਤੋਂ ਬਿਨਾਂ ਕੋਈ ਸਿੱਧੀ ਨਹੀਂ, ਸਫਲਤਾ ਨਹੀਂ, ਕਿਸੇ ਤਰ੍ਹਾਂ ਦਾ ਕਾਰਜ ਹੋਵੇ ਗੁਰੂ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਅਖੀਰਲੀਆਂ ਪੰਕਤੀਆਂ ਬੜੀ ਤਵੱਜੋ ਤੇ ਧਿਆਨ ਦੇਣ ਵਾਲੀਆਂ ਨੇ। ਕਹਿੰਦੇ ਨੇ ਗੁਰੂ ਸਤ ਕਵ ਨਲ ਕਹਿ। ਕਵੀ ਨਲ ਜੀ, ਭੱਟ ਜੀ, ਉਹ ਕਹਿੰਦੇ ਨੇ ਉਹ ਸਤ ਹੈ, ਅਟਲ ਹੋਂਦ ਵਾਲਾ ਹੈ, ਨਾਸ਼ਵੰਤ ਨਹੀਂ ਹੈ। ਕਿ ਜਿਸ ਤਰ੍ਹਾਂ ਕੋਈ ਜਨਮ ਲਿਆ ਤੇ ਖਤਮ ਹੋ ਗਿਆ, ਗੁਰੂ ਜਿਹੜਾ ਹੈ ਨਾ ਜਨਮ ਲੈਂਦਾ ਹੈ ਤੇ ਨਾ ਹੀ ਉਹ ਖਤਮ ਹੁੰਦਾ ਹੈ, ਅਵਿਨਾਸ਼ੀ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ। ਸਭ ਮੈਂ ਰਿਹਾ ਸਮਾਏ, ਉਹ ਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਤੇ ਭੱਟ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖਣਾ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ। ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਨਾ ਕੀਓ ਦਾ ਮਤਲਬ ਹੈ ਧਾਰਨ ਕਰਨਾ। ਪਹਿਲਾ ਗੱਲ ਕੀਤੀ ਦਰਸ਼ਨ ਦੀ, ਦੇਖਣ ਦੀ, ਤੇ ਦੂਜੀ ਗੱਲ ਕੀਤੀ ਧਾਰਨ ਕਰਨ ਦੀ। ਦੋ ਗੱਲਾਂ ਜਿਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ, ਪਹਿਲੇ ਗੁਰੂ ਦੇ ਦਰਸ਼ਨ ਨਹੀਂ ਹੈ ਤੇ ਦੂਜਾ ਗੁਰੂ ਨੂੰ ਧਾਰਨ ਨਹੀਂ ਕੀਤਾ। ਕਈ ਵਾਰ ਐਸਾ ਹੁੰਦਾ ਹੈ ਅਸੀਂ ਦਰਸ਼ਨ ਤੇ ਕਰ ਲੈਂਦੇ ਹਾਂ ਪਰ ਗੁਰੂ ਨੂੰ ਧਾਰਨ ਕੋਈ ਨਹੀਂ ਕਰਦੇ। ਬਹੁਤਾਤ ਦੇ ਵਿੱਚ ਸਾਡੇ ਵਿੱਚ ਇੱਥੇ ਬੈਠੇ ਹੋਣਗੇ ਤੇ ਦੂਰ ਦੁਰਾਡੇ ਮਾਧਿਅਮ ਦੇ ਰਾਹੀਂ ਸੁਣ ਰਹੀ ਸੰਗਤ ਘਰਾਂ ਦੇ ਵਿੱਚ ਇਹ ਸੁਣ ਰਹੀ ਹੋਵੇਗੀ, ਤੇ ਉਹਨਾਂ ਦੇ ਵਿੱਚ ਵੀ ਐਸੇ ਹੋਣਗੇ ਸਰੀਰ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਤੇ ਕੀਤੇ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਗੁਰੂ ਧਾਮ ਦੇ ਵਿਖੇ ਦਰਸ਼ਨ ਕਰਦੇ ਹੋਣਗੇ ਜਾ ਕਰਕੇ, ਆਪਣੇ ਅਸਥਾਨ ਜਿੱਥੇ ਜਿੱਥੇ ਵੀ ਕੋਈ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਹਰ ਅਸਥਾਨ ਦੇ ਉੱਪਰ, ਹਰ ਜਗ੍ਹਾ ਦੇ ਉੱਪਰ ਨੇ ਦਰਸ਼ਨ ਕੀਤੇ ਹੋਣਗੇ। ਪਰ ਅੱਜ ਸਵਾਲ ਕਰਿਓ ਕਿ ਦਰਸ਼ਨ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੈ ਧਾਰਨ ਕਰਨ ਦਾ, ਉਹ ਕੀਤਾ ਹੈ ਕਿ ਨਹੀਂ ਕੀਤਾ।
ਗੁਰੂ ਧਾਰਨ ਕੀਤਾ ਹੈ ਕਿ ਨਹੀਂ ਕੀਤਾ। ਭੱਟ ਜੀ ਕਹਿੰਦੇ ਨੇ ਜੇ ਗੁਰੂ ਦੇ ਦਰਸ਼ਨ ਕੀਤੇ ਨੇ ਤਾਂ ਵੀ ਅਕਿਆਥ ਹੈ, ਤੇ ਕਰਕੇ ਧਾਰਨ ਨਹੀਂ ਕੀਤਾ ਅਕਿਆਥ ਹੈ। ਮੁਬਾਰਕ ਹੈ ਦਰਸ਼ਨ ਕਰਨੇ, ਪਰ ਜਿੰਨੀ ਦੇਰ ਤੱਕ ਅਸੀਂ ਧਾਰਨ ਨਹੀਂ ਨਾ ਕਰਦੇ ਗੁਰੂ ਨੂੰ, ਗੁਰੂ ਵਾਲੇ ਨਹੀਂ ਬਣਦੇ, ਇਹ ਕਿੱਦਾਂ ਸਾਡੇ ਜੀਵਨ ਦੇ ਵਿੱਚ ਇਸ ਪੰਕਤੀ ਦਾ ਸੱਚ ਉਗੜ ਕੇ ਆਵੇਗਾ। ਅਸੀਂ ਕਿਵੇਂ ਕਹਿ ਸਕਾਂਗੇ ਗੁਰਪੂਰਾ ਭੇਟਿਓ ਵਡਭਾਗੀ ਮੰਨੇ ਭਿਆ ਪਰਗਾਸਾ? ਇਹ ਕਹਿ ਸਕਾਂਗੇ? ਕਦੇ ਵੀ ਨਹੀਂ ਕਹਿ ਸਕਾਂਗੇ। ਉਦੋਂ ਕਵਾਂਗੇ ਜਦੋਂ ਗੁਰੂ ਦੇ ਧਾਰਨੀ ਹੋਵਾਂਗੇ, ਗੁਰੂ ਦੇ ਗਿਆਨ ਵਾਲੇ ਹੋਵਾਂਗੇ, ਗੁਰੂ ਦੀ ਸਿੱਖਿਆ, ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਸਾਡੇ ਜੀਵਨ ਦੇ ਵਿੱਚ ਹੋਵੇਗਾ। ਉਸ ਵੇਲੇ ਅਸੀਂ ਦ੍ਰਿੜਤਾ ਦੇ ਨਾਲ ਕਹਿ ਸਕਾਂਗੇ ਮੈਨੂੰ ਗੁਰੂ ਮਿਲ ਪਿਆ ਹੈ, ਮੈਨੂੰ ਗੁਰੂ ਮਿਲ ਪਿਆ ਹੈ। ਤੇ ਮੇਰਾ ਹੁਣ ਮਨ ਜਿਹੜਾ ਪਹਿਲਾਂ ਭਟਕਦਾ ਫਿਰਦਾ ਸੀ ਨਾ, ਗੁਰੂ ਦੇ ਮਿਲਣ ਦੀ ਨਿਸ਼ਾਨੀ ਵੀ ਅਸੀਂ ਵੇਖ ਲਈਏ ਨਾ, ਕੀ ਹੈ ਉਹਦੀ ਨਿਸ਼ਾਨੀ? ਗੁਰੂ ਦੇ ਮਿਲਣ ਦੀ ਨਿਸ਼ਾਨੀ ਹੈ ਜਿਹੜਾ ਮਨ ਸਾਡਾ ਅਮੋੜ ਹੈ, ਜਿਹਨੂੰ ਭੈਂਸਾ ਕਿਹਾ ਹੈ, ਗਧਾ ਕਿਹਾ ਹੈ, ਪਤਾ ਨਹੀਂ ਕਿਹੜੀ ਕਿਹੜੀ ਤਸ਼ਬੀਹ ਦਿੱਤੀ ਹੈ, ਜਿਹੜਾ ਕਿਸੇ ਵੀ ਤਰ੍ਹਾਂ ਦੇ ਨਾਲ ਸਾਡੇ ਵੱਸ ਦੇ ਵਿੱਚ ਨਹੀਂ ਆਉਂਦਾ। ਗੁਰਧਾਮ ਦੇ ਅੰਦਰ ਬੈਠੇ ਹੋਈਏ ਤੇ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਹੈ। ਆਮ ਦੁਨਿਆਵੀ ਸੰਸਾਰੀ ਕਿਰਤਾਂ ਕਰਮਾਂ ਦੇ ਵਿੱਚ ਤਾਂ ਸਾਡਾ ਮਨ ਭਟਕਦਾ ਹੀ ਹੈ। ਸੱਚ ਜਾਣਿਓ, ਕਈ ਵਾਰ ਇੱਥੇ ਬੈਠਿਆਂ ਵੀ, ਅੰਦਰ ਦਰਬਾਰ ਸਾਹਿਬ ਦੇ ਅੰਦਰ ਬੈਠਿਆਂ ਵੀ ਮਨ ਕਈ ਵਾਰ ਜਿਹੜਾ ਹੈ ਉਹ ਦੂਰ ਦੂਰ ਭਟਕ ਰਿਹਾ ਹੁੰਦਾ ਹੈ। ਧਨ ਪਦਾਰਥ ਵਸਤੂਆਂ ਦੀ ਕਸ਼ਿਸ਼ ਦੇ ਵਿੱਚ ਹੁੰਦਾ ਹੈ। ਇਹ ਬੜੀ ਤਕੜੀ ਤਾਕਤ ਤੇ ਸ਼ਕਤੀ, ਐਵੇਂ ਥੋੜਾ ਮਹਾਰਾਜ ਨੇ ਕਿਹਾ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਇਹ ਵਸ ਦੇ ਵਿੱਚ ਨਹੀਂ ਆਉਂਦਾ। ਕਦੋਂ ਆਉਂਦਾ ਹੈ? ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਮਿਲ ਪਵੇ। ਜਬ ਗੁਰ ਮਿਲਿਆ ਤਬ ਮਨ ਵਸ ਆਇਆ, ਧਾਵਤ ਪੰਚ ਰਹਿ। ਉਦੋਂ ਫਿਰ ਜਿਹੜੇ ਪੰਜ ਨੇ ਨਾ, ਜਿਨ੍ਹਾਂ ਪੰਜਾਂ ਵਿਕਾਰਾਂ ਦੇ ਕਾਰਨ ਭਟਕਦਾ ਫਿਰਦਾ ਸੀ ਥਾਂ ਥਾਂ ਤੇ, ਜਗ੍ਹਾ ਜਗ੍ਹਾ ਦੇ ਉੱਪਰ, ਥਾਂ ਥਾਂ ਦੇ ਉੱਪਰ, ਕਦੇ ਹਰੀ ਅੰਗੂਰੀ ਵੇਖ ਕੇ ਧਨ ਪਦਾਰਥਾਂ ਵਸਤੂਆਂ ਦੀ ਉਹਦੇ ਉੱਪਰ ਗਧੇ ਦੀ ਤਰ੍ਹਾਂ ਚਰਦਾ ਸੀ। ਕਿਸੇ ਇਸਤਰੀ ਦਾ ਰੂਪ ਦੇਖ ਲਿਆ ਉਹਦੇ ਉੱਪਰ ਬੇਈਮਾਨ ਹੋ ਗਿਆ, ਧਨ ਦੇਖ ਲਿਆ ਉਹਦੇ ਉੱਪਰ ਬੇਈਮਾਨ ਹੋ ਗਿਆ। ਕਿਸੇ ਵੀ ਚੀਜ਼ ਦੇ ਉੱਪਰ ਸੱਚ ਹੈ ਇਹ ਮਨ ਇਦਾਂ ਦਾ ਹੈ। ਤੇ ਮਹਾਰਾਜ ਕਹਿੰਦੇ ਨੇ ਗੁਰੂ ਤੋਂ ਬਿਨਾਂ ਨਹੀਂ ਇਹ ਵਸ ਆਉਂਦਾ। ਜਬ ਗੁਰ ਮਿਲਿਆ, ਜਦੋਂ ਗੁਰੂ ਮਿਲਿਆ ਉਦੋਂ ਇਹ ਮੇਰਾ ਮਨ ਦੇ ਵਸ ਦੇ ਵਿੱਚ ਆਇਆ। ਗੁਰੂ ਤੋਂ ਬਿਨਾਂ ਨਹੀਂ ਵਸ ਦੇ ਵਿੱਚ ਆਉਣ ਵਾਲਾ। ਇਸ ਕਰਕੇ ਇਹ ਨਿਸ਼ਾਨੀ ਹੈ ਗੁਰੂ ਮਿਲੇ ਦੀ। ਜੇ ਕਦੇ ਅਹਿਸਾਸ ਕਰਨਾ ਹੋਵੇ ਤੇ ਮਨ ਨੂੰ ਪੁੱਛ ਕੇ ਦੇਖ ਲਿਓ ਕਿੰਨਾ ਕੁ ਸਾਡੇ ਵਸ ਦੇ ਵਿੱਚ ਹੈ, ਕਿੰਨਾ ਕੁ ਸਾਡੇ ਕਹਿਣੇ ਲੱਗਦਾ ਹੈ। ਤਾਂ ਹੀ ਲੱਗੇਗਾ ਨਾ, ਤਾਂ ਹੀ ਸਾਡੇ ਮਨ ਸਾਡੇ ਆਖੇ ਲੱਗੇਗਾ। ਜੇ ਅਸੀਂ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਇਹ ਜਿਹੜਾ ਅੰਮ੍ਰਿਤਧਾਰੀ ਹੋਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ, ਇਹ ਆਪਣਾ ਤਨ ਮਨ ਗੁਰੂ ਨੂੰ ਸੌਂਪਣਾ ਹੈ। ਭੱਟ ਨਲ ਜੀ ਕਹਿੰਦੇ ਨੇ ਜੇ ਨਹੀਂ ਨਾ ਕੀਤਾ ਤੇ ਸਮਝ ਲਿਓ ਜ਼ਿੰਦਗੀ ਵਿਅਰਥ ਹੈ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ। ਤੇ ਅਕਿਆਥ ਸੰਸਾਰ ਮੈਂ, ਅਕਿਆਥ ਸ਼ਬਦ ਦਾ ਮਤਲਬ ਹੈ ਅਰਥਹੀਣਾ। ਉਹਦੀ ਜ਼ਿੰਦਗੀ ਅਰਥਹੀਣੀ ਹੈ, ਉਹਦਾ ਜੀਵਨ ਜਿਹੜਾ ਹੈ ਵਿਅਰਥ ਹੈ, ਜਿਨਨੇ ਆਪਣੇ ਜੀਵਨ ਦੇ ਵਿੱਚ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਬਣਿਆ। ਗੁਰੂ ਭਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ ਆਪਣੇ ਮਹਾਨ ਕੋਸ਼ ਦੇ ਵਿੱਚ, 7 ਹਿੱਤ ਉਪਦੇਸ਼ਟਾ ਦਾ ਨਾਮ ਗੁਰੂ ਹੈ, ਜਿਹੜਾ ਸੱਤ ਦੀ ਸੋਝੀ ਦਿੰਦਾ ਹੈ, ਅਗਿਆਨ ਦਾ ਨਾਸ਼ ਕਰਦਾ ਹੈ, ਜੀਵ ਦੀ ਭਲੇ ਵਾਸਤੇ ਪਰ ਉਪਕਾਰ ਕਰਦਾ ਹੈ। ਟੁੱਟਿਆਂ ਹੋਇਆਂ ਨੂੰ, ਵਿਛੜਿਆਂ ਹੋਇਆਂ ਨੂੰ, ਜਿਹੜੇ ਪ੍ਰਭੂ ਤੋਂ ਟੁੱਟੇ ਹੋਏ ਨੇ, ਵਿਛੜੇ ਹੋਏ ਨੇ, ਵਿਸ਼ਿਆਂ ਵਿਕਾਰਾਂ ਦੇ ਵਿੱਚ ਪਏ ਹੋਏ ਨੇ, ਉਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਗੜੂੰਦ ਤੇ ਖਚਤ ਹੋਇਆਂ ਜੀਵਾਂ ਨੂੰ ਵਿਕਾਰਾਂ ਦੇ ਵੱਲੋਂ ਹਟਾ ਕਰਕੇ ਸੱਚੇ ਪ੍ਰਭੂ ਦੇ ਨਾਮ ਦੇ ਨਾਲ ਜੋੜਦਾ ਹੈ। ਹਜ਼ੂਰ ਕਹਿੰਦੇ ਨੇ ਮੈਂ ਇਹ ਸੁਣਿਆ ਸੀ, ਪਰ ਹੁਣ ਮੈਂ ਕਹਿੰਦਾ ਸੁਣਿਆ ਹੀ ਨਹੀਂ ਸੀ, ਮੈਂ ਤੇ ਵੇਖ ਵੀ ਲਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਡੀਠ ਦਾ ਮਤਲਬ ਹੈ ਵੇਖਣਾ। ਜਿੱਦਾਂ ਦਾ ਸੁਣਿਆ ਸੀ ਵੀ ਇਦਾਂ ਦਾ ਗੁਰੂ ਹੁੰਦਾ ਹੈ। ਗੁਰੂ ਦੇ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ। ਜਿੱਤੜੇ ਫਲ ਮਨ ਬਾਂਛੀਏ ਤਿੱਤੜੇ ਸਤਿਗੁਰ ਪਾਸ। ਜੋ ਵੀ ਮਨ ਦੇ ਇੱਛੇ ਹੋਏ ਫਲ ਹੋਣ ਉਹ ਸਤਿਗੁਰੂ ਦੇ ਕੋਲ ਨੇ।
ਤੇ ਸਤਿਗੁਰੂ ਦੇ ਜੇ ਚਰਨੀ ਲੱਗ ਜਾਈਏ ਤੇ ਉਹ ਸਾਰੇ ਫਲ ਜਿਹੜਾ ਹੈ ਉਹ ਬਖਸ਼ ਦਿੰਦਾ ਹੈ। ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਬਲੀ ਸਤਿਗੁਰੂ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ, ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਭਾਈ ਗੁਰਦਾਸ ਜੀ ਹਜ਼ੂਰ ਦੀ ਵਡਿਆਈ ਕਰਦੇ ਹੋਏ ਇਹ ਬਚਨ ਕਰਦੇ ਨੇ, ਦਲ ਭੰਜਨ, ਵੱਡਿਆਂ ਵੱਡਿਆਂ ਦਲਾਂ ਨੂੰ ਭੰਜਣ ਵਾਲਾ ਸੂਰਮਾ। ਭੰਜਣ ਦਾ ਮਤਲਬ ਭੰਨਣਾ, ਖਤਮ ਕਰਨਾ, ਵੱਡੇ ਵੱਡੇ ਦਲਾਂ ਦਾ ਨਾਸ਼ ਕਰਨਾ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਆ ਸਾਡੇ ਸਕੂਲਾਂ ਦੇ ਵਿੱਚ ਨਾ ਪਾਣੀਪਤ ਦੀਆਂ 3 ਲੜਾਈਆਂ ਲੜੀਆਂ, 3 ਹੀ ਹਾਰ ਗਏ। ਭਾਰਤ ਨੇ ਮੁਗਲਾਂ ਦੇ ਨਾਲ 3 ਲੜਾਈਆਂ ਲੜੀਆਂ ਤੇ 3 ਦੇ ਵਿੱਚ ਹੀ ਹਾਰ ਗਏ। ਤੇ ਇਕੱਲੇ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਲੈ ਕਰ 10th ਤੱਕ ਤੇ ਵੱਡੀਆਂ ਕਲਾਸਾਂ ਵੀ ਚਲੇ ਜਾਓ ਤੇ ਹਰੇਕ ਨੂੰ ਇਹੋ ਪੜ੍ਹਾਇਆ ਜਾਂਦਾ। ਉਹ ਹਾਰੀਆਂ ਹੋਈਆਂ 3 ਲੜਾਈਆਂ ਤੇ ਪੜ੍ਹਾਈਆਂ ਜਾਂਦੀਆਂ ਨੇ, ਪਰ ਜਿਹੜੀਆਂ ਮੀਰੀ ਪੀਰੀ ਦੇ ਮਾਲਕ ਵੱਡ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਦੇਸ਼ ਦੇ, ਇਸ ਸੰਸਾਰ ਦੇ ਭਲੇ ਦੇ ਵਾਸਤੇ ਲੜੀਆਂ, ਮਨੁੱਖਤਾ ਦਾ ਭਲਾ ਕਰਨ ਵਾਸਤੇ ਜਿਹੜੀਆਂ ਲੜਾਈਆਂ ਲੜੀਆਂ 4 ਜੰਗਾਂ ਮੁਗਲਾਂ ਦੇ ਨਾਲ ਲੜੀਆਂ ਤੇ 4ਵਾਂ ਦੇ ਵਿੱਚ ਹੀ ਸਤਿਗੁਰਾਂ ਨੇ ਫਤਿਹ ਹਾਸਲ ਕੀਤੀ ਹੈ, ਜਿੱਤ ਹਾਸਲ ਕੀਤੀ ਹੈ। ਇਹ ਨਹੀਂ ਦੱਸਿਆ ਜਾਂਦਾ, ਮੈਨੂੰ ਨਹੀਂ ਸਮਝ ਕਿ ਇਹ ਪਾਲਿਸੀ ਕੀ ਹੈ ਐਜੂਕੇਸ਼ਨ ਵਾਲਿਆਂ ਦੀ, ਗੌਰਮੈਂਟਾਂ ਦੀ ਜਾਂ ਕਿਸ ਦੀ, ਕੀ ਪਾਲਿਸੀ ਹੈ ਕਿ ਜਿਨ੍ਹਾਂ ਜੰਗਾਂ ਨੇ ਉਤਸ਼ਾਹ ਭਰਨਾ ਸੀ, ਕਿਉਂਕਿ ਜਿੱਤ ਤੇ ਫਤਿਹ ਉਤਸ਼ਾਹ ਭਰਦੀ ਹੈ ਬੱਚਿਆਂ ਦੇ ਅੰਦਰ। ਜਿਹੜੀਆਂ ਉਤਸ਼ਾਹ ਭਰਨ ਵਾਲੀਆਂ ਸਨ, ਜ਼ਬਰ ਦੇ ਜ਼ੁਲਮ ਦੇ ਵਿਰੁੱਧ ਖੜਾ ਕਰਨ ਵਾਲੀਆਂ ਸਨ, ਮਨੁੱਖਤਾ ਦਾ ਧਰਮ ਸਿਖਾਉਣ ਵਾਲੀਆਂ ਸਨ, ਉਹਨਾਂ ਜੰਗਾਂ ਦੇ ਬਾਰੇ ਨਹੀਂ ਦੱਸਿਆ ਗਿਆ, ਉਹ ਨਹੀਂ ਪੜ੍ਹਾਇਆ ਜਾਂਦਾ। ਉਹ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਨ। ਆ ਅੰਮ੍ਰਿਤਸਰ ਤੋਂ 3 ਮੀਲ ਦੀ ਦੂਰੀ ਤੇ ਚੱਬਾ ਪਿੰਡ ਤੇ ਮਾਤਾ ਸੁਲੱਖਣੀ। ਅਸੀਂ ਇਤਿਹਾਸ ਪੜ੍ਹਦੇ ਹਾਂ, ਘਰ ਦੇ ਵਿੱਚ ਔਲਾਦ ਨਹੀਂ ਹੈ ਕੋਈ, ਵੱਡੀ ਉਮਰ ਹੋ ਗਈ, ਉਮਰ ਲੰਘ ਗਈ। ਪੀਰਾਂ ਫਕੀਰਾਂ ਜਿੱਥੇ ਵੀ ਕਿਸੇ ਨੇ ਦੱਸ ਪਾਈ, ਤੰਤਰਾਂ ਮੰਤਰਾਂ ਜੰਤਰਾਂ ਵਾਲਿਆਂ ਦੇ ਕੋਲ, ਟੂਣੇ ਟਪਾਣਿਆਂ ਦੇ ਕੋਲ, ਜੋਤਸ਼ੀਆਂ ਦੇ ਕੋਲ, ਪਤਾ ਨਹੀਂ ਕਿੱਥੇ ਕਿੱਥੇ ਮਾਤਾ ਸੁਲੱਖਣੀ ਚਲੀ ਗਈ। ਅਸੀਂ ਇਦਾਂ ਹੀ ਇਤਿਹਾਸ ਦੇ ਵਿੱਚ ਇਹੀ ਨਾਮ ਲੈਂਦੇ ਹਾਂ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ ਹਜ਼ੂਰ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਸੰਗਰਾਣੇ ਵਾਲਾ ਅਸਥਾਨ ਜਿਹੜਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਉਧਰ ਨੂੰ ਜਦੋਂ ਗਏ ਜੀਵਾਂ ਦਾ ਉਧਾਰ ਕਰਦੇ ਹੋਏ, ਕਲਿਆਣ ਕਰਦੇ ਹੋਏ, ਉੱਥੇ ਜਦੋਂ ਪਤਾ ਲੱਗਾ ਕਿ ਇੱਕ ਗੁਰੂ ਨਾਨਕ ਦਾ ਦਰ ਹੈ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ। ਉਹ ਝੋਲੀਆਂ ਭਰ ਦਿੰਦੇ ਨੇ। ਜਿਵੇਂ ਹਜ਼ੂਰ ਦੀ ਬਾਣੀ ਦਾ ਬਚਨ ਕਿਹਾ ਨਾ, ਜਿੱਤੜੇ ਫਲ ਮਨ ਬਾਂਚੀਏ ਤਿੱਤੜੇ ਸਤਿਗੁਰ ਪਾਸ। ਜਿੰਨੇ ਵੀ ਫਲ ਨੇ ਸਤਿਗੁਰੂ ਦੇ ਕੋਲ ਨੇ, ਕੁਛ ਵੀ ਮੰਗ ਲਓ ਗੁਰੂ ਦੇ ਕੋਲੋਂ। ਇਹ ਕੋਈ ਗੁੱਜੀ ਛੰਨੀ ਬਾਤ ਨਹੀਂ ਹੈ। ਹਜ਼ੂਰ ਨੇ ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ। ਗੁਰੂ ਨਾਨਕ ਤੁਠਿਆ ਹੈ, ਗੁਰੂ ਤੁਰਠ ਜਾਵੇ, ਗੁਰੂ ਕਿਰਪਾ ਕਰ ਦੇਵੇ ਤੇ ਕੋਈ ਵੀ ਦਾਤ ਦੇ ਸਕਦਾ ਹੈ। ਸਖਣੀਆਂ ਝੋਲੀਆਂ ਗੁਰੂ ਦੇ ਦਰ ਤੋਂ ਭਰੀਆਂ ਜਾਂਦੀਆਂ ਨੇ। ਕਹਿੰਦੇ ਨੇ ਜਦੋਂ ਗਏ ਨਾ, ਉਸ ਮਾਤਾ ਨੇ ਜਾ ਕਰਕੇ ਅਰਦਾਸ ਕੀਤੀ ਹਜ਼ੂਰ ਦੇ ਕੋਲ, ਬੇਨਤੀ ਕੀਤੀ ਕਿ ਮੈਨੂੰ ਮੇਰੀ ਝੋਲੀ ਖਾਲੀ ਹੈ, ਨਾਮ ਸੁਲੱਖਣੀ, ਪਿੰਡ ਮੇਰਾ ਚੱਬੇ, ਅਫਲ ਜਾਂਦੀ ਨੂੰ ਫਲ ਲੱਗੇ। ਮੈਂ ਅਫਲੀ ਹਾਂ, ਮੈਨੂੰ ਕੋਈ ਫਲ ਮਿਲੇ, ਮੇਰੀ ਝੋਲੀ ਮੇਰੀ ਖਾਲੀ ਹੈ, ਪੁੱਤਰ ਦੀ ਦਾਤ ਬਖਸ਼ ਦਿਓ, ਦਾਤ ਦੇ ਦਿਓ। ਕਹਿੰਦੇ ਨੇ ਇਤਿਹਾਸ ਦੱਸਦਾ ਹੈ, ਸਤਿਗੁਰਾਂ ਨੇ ਦੇਖਿਆ ਉਹਦੇ ਵੱਲ, ਕਹਿਣ ਲੱਗੇ, ਬੀਬਾ ਤੇਰੇ ਭਾਗਾਂ ਵਿੱਚ ਦਾਤ ਨਹੀਂ ਹੈ,
तेरी किस्मत दे विच, तेरे भागां दे विच औलाद नहीं है, औलाद दा सुख नहीं है, औलाद नहीं है तेरे भागां विच। सुन करके बचन कीते होणगे जिद्दां असीं तरले गुरु दे अगे जाके लैने आ, पर सतगुरां ने जदों वचन कह दिते ना, विचारी बड़ी निम्मो झूणी हो करके वापस मुड़दी जांदी सी। रस्ते विच भाई गुरदास साहिब जी गुरु घर दे महान विद्वान वो मिल गए। उन्होंने कहा, बीबा की गल है, बड़ी निम्मो झूणी है, तेरा मूँह बड़ा मुरझाया होया। कहन लगी, बड़ी आस लैके आई सी, अज तक सारे ही पीर फकीर मना लए ने, सारे ही दर घुम लए ने, थां थां ते जा आई हाँ, कितों मैनू दात नहीं मिली, पुत्र दी दात नहीं मिली, मेरी झोली नहीं भरी। किसी ने दसिया सी गुरु हरगोबिंद साहब दे दरों सब कुछ मिल जाता है। तो कहन लगे भाई गुरदास जी, हाँ सब कुछ मिल जाता है, पर कहते ने कि मैनू उन्होंने कहा है कि तेरे भागां दे विच नहीं है। भाई गुरदास जी बड़े सियाणे ते गुरमुख विद्वान सन। कहन लगे, माता कल फिर आवी, निराश ना हो, गुरु दे दर तो कोई निराश नहीं जाता। इत्थे जेड़ा आउंदा है उहदी झोली भरदी है, उहनूं सब कुछ मिलता है। ये वो दर है जिथों किसी दी आस जिहड़ी है वो बिरथी नहीं जाती, ते ना ही कीती हुई अरदास निसफली जाती है। बिरथी कदे ना होवई जन की अरदास, ये वो दर है। कहन लगे, फिर की होया, जे अज नहीं तो कल सही, इंज करी कल आ जावी, कल भी आना है हजूर ने, ते नाल कलम दवात लैंदी आवी। वो माता इवें कीता, कलम दवात लै आई नाल। कहन लगे, कहवी नाल कि जे उत्थे नहीं सी ना लिखिया तो उत्थे भी तुसीं लिखण वाले हो, तो इत्थे भी तुसीं लिखण वाले हो, हुण लिखदे, हुण की हुआ। कहंदे ने वो गल समझ विच पै गई। माता सुलखणी आई। एक तो हजूर धन गुरु नानक देव सच्चे पातशाह महाराज जी दे पूजनीक महलों का नाम है ये चब्बे दे ने माता गुरु के श्रद्धालु। कहंदे ने रस्ते दे विच ही रोक लिया रस्ता, कलम दवात लै करके खड़ी सी ते बेनती कीती हजूर दे अगे, ससीए दाड़िए चिट्टिए पग्गे। ये बचन जदों कहे ना, अर्ज करेंदी है सतगुर अगे, नाम सुलखणी पिंड मेरा चब्बे, अफल जांदी नूं फड़ लगे। ये बेनती कीती, हजूर मुस्कराए। धन गुरु हरगोबिंद साहब महाराज मुस्कराए। कहन लगे, हाँ माता, कहन लगे सच्चे पातशाह खाली झोली लैके आई हाँ, इनू झोली नूं भर दिओ, किरपा कर दिओ, पुत्र दी दात तो सखणी है, दात पा दिओ। हजूर कहन लगे, माता तेनू कहा सी कल आई सी तू, तेरे भागां विच तेरी किस्मत च नहीं लिखिया होया। कहन लगी, सच्चे पातशाह उत्थे भी तुसी लिखण वाले, इत्थे भी तुसी लिखण वाले। कलम दवात हजूर ते अगे करदियां होया कहन लगी, जे उत्थे नहीं सी लिखे ते हुण लिख दिओ। हजूर मुस्करा के तुरठे। बड़े प्रसन्न होए। कई बार असी जदों बड़ी सादगी दे विच हजूर दे कोल अपनी निरशलता प्रगट करते हैं ना, उत्थे गुरु जेड़ी दात भागां विच भी ना होवे, वो भी दात पा दिंदे ने। हथ च पकड़ लिया ते कलम लै करके लिखण लग पे। कहंदे ने इतिहास दसदा है कि वो जिथे एक सी उत्थे साता बन गया। आखिया हजूर ये तो साता है। कहन लगे, अकाल पुरख वाहिगुरु कृपालू कृपा करेगा, जे साता है तो फिर सत्य ही होणगे। ते सत है, ये इतिहास दसदा है कि 7 पुत्र उस माता दे घर दे विच होए ने हजूर दी बख्शिश दे नाल। जो चीज़ मंगीए गुरु दे कोलों वो प्राप्त हुंदी है, वो मिलता है। सतगुरु दे चरनां दे नाल जुड़ जाइए, वो मिल जाता है। गुरु किसी दात तो वांझा नहीं रहन दिंदा।
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਐਵੇਂ ਹੀ ਨਹੀਂ ਆਪਣੇ ਗੁਰੂ ਦੀ ਵਡਿਆਈ ਕਰਦਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਉਹਦੇ ਬਰਾਬਰ ਕੋਈ ਪਹੁੰਚ ਹੀ ਨਹੀਂ ਸਕਦਾ। ਜਿੱਦਾਂ ਦੀਆਂ ਉਹਦੀਆਂ ਬਖਸ਼ਿਸ਼ਾਂ, ਜਿੱਦਾਂ ਦੀਆਂ ਦਾਤਾਂ ਨੇ ਨਾ ਉਹਦੀਆਂ, ਉਹ ਮਾਲਕ ਕਿਰਪਾਲੂ ਤਰੁੱਠ ਕਰਕੇ ਬਖਸ਼ਦਾ ਹੈ, ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਮੈਨੂੰ ਇਹ ਪੂਰਨ ਯਕੀਨ ਔਰ ਪੂਰਨ ਭਰੋਸਾ ਹੈ, ਉਹ ਮੇਰਾ ਆਸਰਾ ਬਣ ਗਿਆ ਹੈ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਇਹ ਰਹਾਉ ਦੀ ਪੰਕਤੀ ਹੈ। ਕਹਿੰਦੇ ਹਜ਼ੂਰ ਮੈਂ ਆਪਣੇ ਸਤਿਗੁਰ ਤੋਂ ਬਲਹਾਰ ਹਾਂ, ਸਦਕੇ ਜਾਂਦਾ ਹਾਂ। ਆਪਣੇ ਸਤਿਗੁਰ ਕੈ ਬਲਹਾਰੇ, ਬਲਹਾਰੇ ਦਾ ਮਤਲਬ ਕੁਰਬਾਨ ਜਾਣਾ, ਸਦਕੇ ਜਾਣਾ, ਬਲਹਾਰ ਜਾਣਾ। ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਆਖਦੇ ਨੇ, ਬਲਹਾਰੀ ਗੁਰੇ ਆਪਣੇ ਦਿਵਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਰ। ਉਹਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦਿਆਂ ਦੇਰੀ ਨਹੀਂ ਲੱਗਦੀ, ਉਹਨੂੰ ਅਸੁਰਾਂ ਤੋਂ ਦੇਵ ਕਰਦਿਆਂ, ਪਸ਼ੂਆਂ ਤੋਂ, ਪਸ਼ੂ ਬਿਰਤੀ ਤੋਂ ਉਠਾ ਕਰਕੇ ਉਹ ਪਰਮੇਸ਼ਰ ਦੇ ਸਰੂਪ ਬਣਾਉਣ ਵਾਲਾ ਹੈ, ਦੇਵਤਿਆਂ ਦਾ ਰੂਪ ਬਖਸ਼ਣ ਵਾਲਾ ਹੈ, ਕਾਇਆ ਕਲਪ ਕਰ ਦਿੰਦਾ ਹੈ। ਗੁਰੂ ਦੇ ਚਰਨਾਂ ਦੇ ਵਿੱਚ ਆ ਜਾਈਏ, ਗੁਰੂ ਦੀ ਸ਼ਰਨ ਲੈ ਲਈਏ, ਗੁਰੂ ਆਪਣੀ ਸਿੱਖਿਆ ਉਪਦੇਸ਼ ਦੇ ਨਾਲ ਸਾਡੇ ਜੀਵਨ ਦਾ ਰੰਗ ਢੰਗ ਹੀ ਬਦਲ ਕੇ ਰੱਖ ਦਿੰਦਾ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਮੈਂ ਸਦਕੇ ਹਾਂ, ਬਲਹਾਰ ਹਾਂ ਆਪਣੇ ਗੁਰੂ ਤੋਂ। ਜਿੰਨਾ ਸਦਕੇ ਜਾਵਾਂ, ਜਿੰਨਾ ਬਲਹਾਰ ਜਾਵਾਂ, ਸਤਿਗੁਰ ਵੱਡਾ ਕਰ ਸਾਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਉਹਦੀ ਕਿਰਪਾ ਹੋ ਜਾਵੇ, ਉਹਦੀ ਮਿਹਰ ਹੋ ਜਾਵੇ, ਤੇ ਜਿੰਨੀਆਂ ਬੁਰਾਈਆਂ ਨੇ ਸਾਡੇ ਜੀਵਨ ਦੇ ਵਿੱਚ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਉਹ ਵਿੱਚੋਂ ਮਾਰ ਕੇ ਕੱਢ ਦਿੰਦਾ ਹੈ, ਬੁਰਾਈਆਂ ਦੂਰ ਕਰ ਦਿੰਦਾ ਹੈ, ਔਗਣ ਕੱਟ ਦਿੰਦਾ ਹੈ। ਇਹ ਸਤਿਗੁਰੂ ਐਸਾ ਦਿਆਲੂ ਹੈ। ਤੇ ਭਾਈ ਫਿਰ ਐਸੇ ਦਿਆਲੂ, ਐਸੇ ਕਿਰਪਾਲੂ ਸਤਿਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ, ਬਲਹਾਰ ਜਾਣਾ ਚਾਹੀਦਾ ਹੈ। ਜਿੰਨਾ ਸਦਕੇ ਜਾਈਏ, ਜਿੰਨਾ ਬਲਹਾਰ ਜਾਈਏ, ਓਨਾ ਹੀ ਥੋੜਾ ਹੈ। ਆਪਣੇ ਸਤਿਗੁਰ ਕੈ ਬਲਹਾਰੈ, ਆਗੈ ਸੁਖ ਪਾਛੇ ਸੁਖ ਸਹਿਜਾ। ਕਹਿੰਦੇ ਨੇ ਜੀਵਨ ਦੇ ਵਿੱਚ ਪਹਿਲਾਂ ਵੀ ਉਹਦਾ ਹੀ ਬਖਸ਼ਿਆ ਸੁੱਖ ਸੀ, ਹੁਣ ਵੀ ਉਹਦਾ ਹੀ ਬਖਸ਼ਿਆ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਦੀਵੀ ਤੇ ਅਟਲ ਸੁੱਖ ਜਿਹੜਾ ਉਹੀ ਉਹ ਬਖਸ਼ਣ ਵਾਲਾ ਹੈ। ਜਿਹੜੇ ਦੁਨਿਆਵੀ ਸੁੱਖ ਨੇ ਨਾ, ਉਹ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜਿਹੜਾ ਗੁਰੂ ਦੇ ਨਾਲ ਜੁੜ ਕੇ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਹੈ, ਉਹ ਸਦਾ ਰਹਿਣ ਵਾਲਾ ਸੁੱਖ ਹੈ, ਔਰ ਉਹ ਬਿਨਸਣ ਵਾਲਾ ਨਹੀਂ ਹੈ, ਉਹ ਅਟਲ ਸੁੱਖ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਮੈਂ ਮਾਲਕ ਤੋਂ ਸਦਕੇ ਬਲਹਾਰ ਹਾਂ, ਉਹਨੇ ਮੇਰੇ ਘਰ ਦੇ ਵਿੱਚ, ਘਰ ਆਨੰਦ ਹਮਾਰੇ, ਆਤਮਿਕ ਆਨੰਦ ਪੈਦਾ ਕਰ ਦਿੱਤਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲ ਕਰਕੇ ਕਹਿੰਦੇ ਨੇ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਆਤਮਿਕ ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ, ਜਿਹੜੀ ਕਦੇ ਕਿਸੇ ਵੀ ਥਾਂ ਤੇ ਭਾਵੇਂ ਬੰਦ ਕੱਟਿਆ ਜਾਵੇ, ਭਾਵੇਂ ਚਰਖੜੀਆਂ ਤੇ ਚੜ ਜਾਵੇ, ਭਾਵੇਂ ਜੋ ਮਰਜ਼ੀ ਤਨ ਦੇ ਨਾਲ ਹੋ ਜਾਵੇ, ਇਹ ਆਤਮਿਕ ਆਨੰਦ ਤੇ ਅਡੋਲਤਾ ਜਿਹੜੀ ਹੈ, ਇਹ ਹਰੇਕ ਪਰਿਸਥਿਤੀ ਦੇ ਵਿੱਚ ਬਰਕਰਾਰ ਰਹਿੰਦੀ ਹੈ, ਬਣੀ ਰਹਿੰਦੀ ਹੈ, ਇਹ ਮਿਟਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸਭ ਬਖਸ਼ਣ ਵਾਲੇ, ਇਹ ਆਨੰਦ ਦੇਣ ਵਾਲੇ ਆਪਣੇ ਸਤਿਗੁਰੂ ਤੋਂ ਮੈਂ ਬਲਹਾਰ ਸਦਕੇ ਜਾਂਦਾ ਹਾਂ। ਰਹਾਉ ਅੰਤਰ ਜਾਮੀ ਕਰਣੈ ਹਾਰਾ, ਸੋਈ ਖਸਮ ਹਮਾਰਾ। ਸਾਡਾ ਮਾਲਕ ਕੌਣ ਹੈ? ਖਸਮ ਕਹਿੰਦੇ ਨੇ ਮਾਲਕ ਨੂੰ। ਸਾਡਾ ਮਾਲਕ ਉਹ ਹੈ ਜਿਹੜਾ ਦਿਲ ਦੀਆਂ ਜਾਣਨ ਵਾਲਾ ਹੈ। ਅੰਤਰਜਾਮੀ ਕਰਨੇ ਹਾਰਾ, ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਸਾਰੀਆਂ ਸ਼ਕਤੀਆਂ ਜਿਹਦੇ ਕੋਲ ਨੇ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ, ਨਾਨਕ ਤਿਸ ਬਲਹਾਰਣੈ, ਜਲ ਥਲ ਮਹੀਲ ਸੋਏ। ਜੋ ਸਾਰੀਆਂ ਥਾਵਾਂ ਤੇ ਵਸ ਰਿਹਾ ਹੈ, ਸਭ ਦੇ ਦਿਲਾਂ ਤੱਕ ਉਹਦੀ ਪਹੁੰਚ ਹੈ। ਸਾਡੀ ਤੇ ਪਹੁੰਚ ਜਿਹੜਾ ਸਾਡੇ ਸਾਹਮਣੇ ਹੈ,
ਉੱਥੋਂ ਤੱਕ ਹੀ ਹੈ ਨਾ ਜਿੱਥੋਂ ਤੱਕ ਸਾਡੀਆਂ ਅੱਖਾਂ ਵੇਖਦੀਆਂ ਨੇ, ਪਰ ਉਹਦੀ ਦ੍ਰਿਸ਼ਟੀ ਜਿਹੜੀ ਹੈ ਇਨਵਿਜ਼ੀਬਲ ਹੈ। ਉਹ ਸਾਰੀਆਂ ਕੰਧਾਂ ਨੂੰ, ਦੀਵਾਰਾਂ ਨੂੰ ਚੀਰ ਕੇ ਚਲੀ ਜਾਂਦੀ ਹੈ। ਕੋਈ ਆਖੇ ਨਾ ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਪਾਪ ਕਰ ਲਵਾਂ, ਚੋਰੀ ਕਰ ਲਵਾਂ, ਪਰਦੇ ਦੇ ਕਰਕੇ, ਦੇ ਕਿਵਾੜ ਬੰਦ ਕਰਕੇ ਮੈਂ ਕੁਕਰਮ ਕਰ ਲਵਾਂ। ਨਹੀਂ, ਮਾਲਕ ਦੀਆਂ ਨਜ਼ਰਾਂ ਉੱਥੇ ਵੀ ਨੇ, ਪਰਦਾਰਾ ਸੰਗ ਫਾਕੇ, ਉੱਥੋਂ ਤੱਕ ਵੀ ਉਹਦੀ ਦ੍ਰਿਸ਼ਟੀ ਜਿਹੜੀ ਇਹ ਪਹੁੰਚ ਜਾਂਦੀ ਹੈ, ਕਿਉਂਕਿ ਉਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਸਭ ਤੱਕ ਉਸ ਦੀ ਪਹੁੰਚ ਉਸ ਮਾਲਕ ਦੀ ਹੈ। ਐਸਾ ਉਹ ਸਾਡਾ ਖਸਮ ਹੈ। ਨਿਰਭਉ ਭਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਜਿਹੜਾ ਵੀ ਮਨੁੱਖ ਗੁਰੂ ਦੇ ਚਰਨੀ ਲੱਗ ਜਾਂਦਾ ਹੈ, ਜਿਹਦੇ ਜੀਵਨ ਦਾ ਆਸਰਾ ਗੁਰੂ ਬਣ ਜਾਂਦਾ ਹੈ, ਆਧਾਰਾ ਦਾ ਮਤਲਬ ਹੈ ਪੈਟਰਨ, ਜਿਹੜਾ ਗੁਰੂ ਨੂੰ ਹੀ ਆਪਣੇ ਜੀਵਨ ਦਾ ਆਧਾਰ ਸਮਝਦਾ ਹੈ ਵੀ ਗੁਰੂ ਹੀ ਮੇਰੇ ਜੀਵਨ ਦਾ ਆਧਾਰ ਹੈ, ਹੋਰ ਕੋਈ ਨਹੀਂ ਹੈ। ਤੂੰ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਅੱਗੇ ਅਰਦਾਸ, ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਕਹਿੰਦੇ ਨੇ ਕਿ ਉਹ ਗੁਰੂ ਦੇ ਚਰਨੀ ਲੱਗ ਕੇ ਫਿਰ ਕੀ ਨਿਰਭਉ ਭਏ, ਭੈ ਤੋਂ ਰਹਿਤ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਤੌਖਲਾ, ਸਹਿਮ, ਡਰ ਨਹੀਂ ਰਹਿੰਦਾ। ਇਕ ਰਾਮ ਨਾਮ ਆਧਾਰਾ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਭੀ ਹੋਵਨ ਹਾਰਾ। ਬੜਾ ਸੁੰਦਰ ਵਿਸ਼ਰਾਮ ਭਾਈ ਸਾਹਿਬ ਜੀ ਨੇ ਦਿੱਤਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਪ੍ਰਭੂ ਦਾ ਜਿਹੜਾ ਹੈ ਉਹ ਦਰਸ਼ਨ ਸਫਲ ਹੈ, ਉਹਦਾ ਦਰਸ਼ਨ ਸਫਲ ਹੈ। ਦਰਸ਼ਨ ਦਾ ਮਤਲਬ ਫਿਲਾਸਫੀ ਵੀ ਹੈ। ਗੁਰੂ ਦੀ ਫਿਲਾਸਫੀ, ਗੁਰੂ ਦੀ ਸਿੱਖਿਆ ਸਫਲ ਹੈ। ਕੋਈ ਵੀ ਲੈ ਲਵੇ, ਕਿਸੇ ਵੀ ਤਰ੍ਹਾਂ ਦਾ ਮਨੁੱਖ ਲੈ ਲਵੇ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੇ ਸੋ ਕਲਮੈ, ਘਟ ਘਟ ਨਾਨਕ ਮਾਝਾ। ਕੋਈ ਵੀ ਲੈ ਲਵੇ, ਹਿੰਦੂ ਲੈ ਲਵੇ, ਈਸਾਈ ਲੈ ਲਵੇ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ। ਇਹਦੇ ਦਰ ਤੇ ਜਿਹੜਾ ਵੀ ਆ ਜਾਵੇ, ਆ ਦਰਵਾਜ਼ੇ ਜਿਹੜੇ ਨੇ ਇਸੇ ਕਰਕੇ ਖੁੱਲੇ ਨੇ। ਕਿਸੇ ਵੀ ਦਰਵਾਜ਼ੇ ਤੋਂ ਕੋਈ ਵੀ ਆ ਜਾਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਰਸ਼ਨ ਸਫਲ ਹੈ। ਸਫਲ ਦਰਸ਼ਨ ਅਕਾਲ ਮੂਰਤ, ਉਹ ਨਾਸ਼ ਰਹਿਤ ਮੂਰਤ ਹੈ। ਸਮੇਂ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ। ਪ੍ਰਭ, ਉਹ ਪ੍ਰਭੂ ਜਿਹੜਾ ਹੈ ਵੀ, ਉਹ ਹੁਣ ਵੀ ਹੈ, ਹੋਵਨ ਹਾਰਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਅਟਲ ਹੋਂਦ ਵਾਲੇ ਹੀ ਰਹਿਣਾ ਹੈ। ਇਹ ਪਾਤਸ਼ਾਹ ਨੇ ਇਸੇ ਕਰਕੇ ਆਰੰਭ ਦੇ ਵਿੱਚ ਹੀ ਇਹ ਬਚਨ ਜਿਹੜੇ ਲਿਖ ਦਿੱਤੇ, ਮੂਲ ਮੰਤਰ ਜਦੋਂ ਬਖਸ਼ਿਸ਼ ਕੀਤਾ ਤੇ ਨਾਲ ਹੀ ਲਿਖ ਦਿੱਤਾ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੈ ਵੀ ਇਹ ਤੇ ਹੋਸੀ ਹੋਣਾ ਵੀ ਹੈ ਉਹਨੇ। ਆ ਜਿਹੜਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੈਤਸਰੀ ਰਾਗ ਦੇ ਅੰਦਰ ਪੜ੍ਹਦੇ ਹਨ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰਾ, ਉਹਦਾ ਮਤਲਬ ਵੀ ਇਹ ਪਹਿਲੋਂ ਵੀ ਸੀ, ਆਦਿ ਕਾਲ ਦੇ ਵਿੱਚ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਟਲ ਹੋਂਦ ਵਾਲਾ ਹੈ। ਉਹ ਪ੍ਰਭੂ ਸਦੀਵ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਜਿਹੜੇ ਉਹਦੇ ਜਨ ਨੇ, ਜਿਹੜੇ ਉਹਦੇ ਸੇਵਕ ਨੇ ਨਾ, ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ। ਐਸੀ ਪ੍ਰੀਤ ਦਾ ਉਹ ਡਾਢਾ ਪੱਕਾ ਹੈ। ਐਸਾ ਪਿਆਰ ਕਰਨ ਵਾਲਾ ਹੈ, ਪ੍ਰੀਤ ਕਰਨ ਵਾਲਾ ਹੈ ਉਹ ਮਾਲਕ। ਆਪਣੇ ਸੇਵਕਾਂ ਨੂੰ, ਆਪਣੇ ਦਾਸਾਂ ਨੂੰ, ਆਪਣੇ ਪਿਆਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਪਿਆਰ ਕਰਨ ਵਾਲਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਬੜੀ ਕਿਰਪਾ ਹੁੰਦੀ ਏ ਮਾਲਕ ਦੀ, ਜਿਹੜਾ ਗੁਰੂ ਦੀ ਚਰਨ ਵਿੱਚ ਆ ਜਾਵੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਤੇ ਫਿਰ ਇਸ ਨਾਲੋਂ ਵੱਡੀ ਵਡਿਆਈ ਅਚਰਜ ਸ਼ੋਭਾ। ਉਸ ਮਾਲਕ ਦੀ ਵਡਿਆਈ ਬੜੀ ਵੱਡੀ ਹੈ, ਉਹਦੀ ਸ਼ੋਭਾ ਬੜੀ ਅਚਰਜ ਹੈ, ਹੈਰਤ ਅੰਗੇਜ਼ ਹੈ। ਹਜ਼ੂਰ ਕਹਿੰਦੇ ਨੇ ਨਾ ਕਿ ਉਹ ਮਾਲਕ ਦੀ ਵਡਿਆਈ ਇੱਦਾਂ ਦੀ ਹੈ ਕਿ ਜਿਹੜੇ ਸੇਵਕ ਜਨ ਨੇ ਨਾ, ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਕਰ ਆਪਣੇ ਸਾਸ ਸਾਸ ਪ੍ਰਤਪਾਲੇ।
प्रभ स्यों लाग रहे हो मेरा चीत, आद अंत प्रभ सदा सहाई, धन हमारा मीत, मन बिलास भये साहिब के, अचरज देख वडाई। ओदी वडियाई, ओदी अचरजता वाली जड़ी है, विस्मादित करने वाली वडियाई देख करके सेवकां दे मन दे विच की हुंदा है, बिलास पैदा हुंदे ने, खुशियां पैदा हुंदियां ने, आनंद पैदा। ਜਿਹੜੇ परमेश्वर ਦੇ ਨਾਲ जुड़ के गुरु की कृपा ਦੇ ਨਾਲ ਉਹਨਾਂ ਦਾ मन खिड़िया ਰਹਿੰਦਾ है। नानक भगतां सदा विकास वाली अवस्था ਜਿਹੜੀ है ਉਹ बनी ਰਹਿੰਦੀ है। ਤੇ ਜਿਹੜਾ जुड़ गया उस मालिक ਦੇ ਨਾਲ, उस ਵੱਡੀ ਵਡਿਆਈ ਤੇ ਅਚਰਜ ਸ਼ੋਭਾ ਵਾਲੇ प्रभु ਦੇ ਨਾਲ ਜਿਹੜਾ जुड़ गया, गुरु की कृपा ਦੇ ਨਾਲ जुड़िया जाना जे। ਤੇ महाराज ਕਹਿੰਦੇ ਨੇ ਉਹਦਾ ਫਿਰ ਕੀ ਹੋਇਆ, कारज आया रासे। केड़ा कारज, जीवन मनोरथ प्रभु दे मिलाप वाला, परमात्मा दे मिलाप वाला ओदा कारज जेड़ा है रासे आ जाता है, सफल हो जाता है। परमात्मा ओनू मिल पैंदा है। नानक को गुर पूरा भेटियो, सगले दुख बिनासे। गुरु अर्जन देव सच्चे पातशाह महाराज कहते ने, नानक को गुर पूरा भेटियो। साहिब श्री गुरु अर्जन देव महाराज कहते ने, मैनू पूरा गुरु मिल पिया है। भेटियो का मतलब मिल पिया है, ते मेरे सारे दुख बिनस गए हैं, दुखों का नाश हो गया है। गुरु के मिलाप दे नाल, गुरु की बख्शिश दे नाल मेरा प्रभु दे नाल मिलाप हो गया है। अज दे वाक दा, मुख वाक दा भाव जिहड़ा है अंतरीवी इहो है, जिहड़ा गुरु दी शरण पै गया, जिहड़ा गुरु दे चरनां दे विच आ गया, गुरु ने उस नूं प्रभु दे नाल मिला दिता। प्रभु दे नाल मिलाप होण तो उहनूं कोई नहीं रोक सकदा, जिहड़ा गुरु दी शरण पै जावेगा। ये समझाया है सच्चे पातशाह जी ने अज दे मुख वाक दे अंदर। हुण रामकली राग दे अंदर लड़ीवार गुर शब्द दी विचार गुरु ग्रंथ साहिब महाराज जी दी जो चल रही है, पहले पातशाह गुरु नानक साहिब महाराज जी दा बख्शिश कीते शब्दां दी विचार चल रही है। आओ पंक्ति सरवण करो। रामकली महला पहला, हम डोलत बेड़ी पाप भरी है, पवन लगे मत जाई। बिल्कुल गुरु की बख्शिश मेहर दे नाल जुड़िया होया ये शब्द है। ये पावन कहते ने, असी जेड़े जीव आ ना, असी इवें अरदास करनी, ये समझ लो कि एक अरदास करन दी जांच दसी है। असी जिन्ने भी जीव संसार ते आए हैं ना, साडी जिंदगी रूपी बेड़ी जेड़ी है ना, अरदास करिए हे सच्चे पातशाह पापां दे नाल भरी पई है। हम डोलत, डोलत का मतलब असी डोल रहे। हम शब्द इत्थे अपने वास्ते हजूर ने वरत के सानू समझाया है। कहते मैं डोल रहा हाँ। हम डोलत क्यों, बेड़ी पाप भरी है, क्योंकि जिंदगी रूपी बेड़ी पापां दे नाल लदी हुई है। लेखे कते ना छुटिए, खिन खिन भुलन हार। इन्ने भुल्लां ते इन्नियां गलतियां ने असी जीवन विच करते हैं। हजूर ने एक शब्द ये वरतिया है, पाप भरी है। पवन लगे मत जाई। पवन लगे मत जाई का मतलब है कि माया दा झकोला। पवन, पवन शब्द का इत्थे मतलब है माया दा हुलारा। माया दा हुलारा, हवा दा हुलारा लग करके ये किते जिंदगी रूपी बेड़ी जेड़ी है ना डुब ना जाए। मत जाई दा मतलब है डुब ना जावे साडी। ये तुसी कृपा करो। सन्मुख सिद्ध भेटन को आए, निहचौ देह वडियाई। सन्मुख सिद्ध भेटन को आए। इत्थे सिद्ध शब्द जिहड़ा है प्रभु वास्ते वरतिया है। असी प्रभु नूं मिलण वास्ते हे सतगुरु तेरे ते आए हाँ। अज जिन्ने तुसी गुरु दर ते आए हो करो अरदास। असी वाहिगुरु नूं मिलण वास्ते, सिद्ध प्रभु नूं मिलण वास्ते आए हाँ। तेरे सन्मुख आए हाँ, भेटन को आए, निहचो देह वडियाई। ते कृपा करके सच्चे पातशाह सानू नाम दी दात दियो, जो नाम दे नालों टुटे हुए हाँ। क्योंकि नाम ही जिहड़ा है सानू संसार भव सागर तो तारन वाला है। इस करके इहदे अगे ये अरदास करते हाँ। गुर तार तारण हारिया, देह भगत पूरन अविनाशी, हूँ तुझको बलिहारिया। हे संसार भव सागर तो तारन वाले गुरु, गुर शब्द
ਸੰਬੋਧਨ ਹੈ। ਗੁਰ ਤਾਰ ਤਾਰਨ ਹਾਰਿਆ, हे ਤਾਰਨਹਾਰ ਗੁਰੂ, ਕਿਰਪਾ ਕਰਕੇ ਸਾਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਕਰ ਦੇ ਸਾਡੀ ਬੇੜੀ ਨੂੰ। ਅਸੀਂ ਤੇਰੇ ਅੱਗੇ ਅਰਦਾਸ ਕਰਦੇ ਹਾਂ। ਦੇਹ ਭਗਤ ਪੂਰਨ ਅਵਿਨਾਸ਼ੀ, ਨਾ ਨਾਸ਼ ਹੋਣ ਵਾਲੇ हे ਪ੍ਰਭੂ, हे ਸਭ ਥਾਂ ਤੇ ਪੂਰੇ ਹੋਏ। हे ਪ੍ਰਭੂ, ਤੇਰੇ ਤੋਂ ਸਦਕੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਦੇਹ ਭਗਤ ਤੂੰ ਕਿਰਪਾ ਕਰ, ਭਗਤੀ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇ। ਹੋ ਤੁਝ ਕੋ ਬਲਿਹਾਰਿਆ, ਮੈਂ ਤੇਰੇ ਤੋਂ ਬਲਹਾਰ ਹਾਂ, ਸਦਕੇ ਹਾਂ। ਰਹਾਉ ਸਿੱਧ ਸਾਧਿਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਧਿਆਇਆ। ਇਹ ਪੰਕਤੀ ਜਿਹੜੀ ਹੈ ਨਾ, ਇਸ ਪੰਕਤੀ ਨੂੰ ਜਦੋਂ ਅਸੀਂ ਪਿੱਛੇ ਤੋਂ ਪੜਾਂਗੇ ਨਾ, ਫਿਰ ਇਹਦੇ ਅਰਥ ਸਮਝ ਆਉਣਗੇ। ਏਕ ਸਿੱਧ ਜਿਨੀ ਧਿਆਇਆ, ਦੇਖੋ ਹੁਣ ਇੱਕ ਸ਼ਬਦ ਨੂੰ ਕੱਕੇ ਨੂੰ ਔਂਕੜ ਲੱਗਾ ਹੈ ਤੇ ਸਿੱਧ ਨੂੰ ਵੀ ਔਂਕੜ ਲੱਗਾ ਹੈ, ਸਿੱਧ ਦੇ ਧੱਦੇ ਨੂੰ। ਇਹਦਾ ਮਤਲਬ ਹੈ ਇੱਕ ਵਚਨ ਪੁਲਿੰਗ ਪਰਮਾਤਮਾ। ਏਕ ਸਿੱਧ ਜਿਨੀ ਧਿਆਇਆ, ਜਿਨ੍ਹਾਂ ਨੇ ਇੱਕ ਪ੍ਰਭੂ ਨੂੰ ਧਿਆਇਆ, ਇੱਕ ਪ੍ਰਭੂ ਨੂੰ ਸਿਮਰਿਆ। ਹਜ਼ੂਰ ਕਹਿੰਦੇ ਨੇ ਉਹੀ ਪੁੱਗੇ ਹੋਏ ਜੋਗੀ ਨੇ। ਸਿੱਧ ਦਾ ਮਤਲਬ ਇੱਥੇ ਹੁਣ ਪੁੱਗੇ ਜੋਗੀ ਆ ਗਿਆ, ਬਹੁਵਚਨ ਵਾਸਤੇ ਆ ਗਿਆ। ਸਿੱਧ ਸਾਧ ਨੇ, ਉਹੀਓ ਜੋਗੀ ਨੇ, ਉਹੀਓ ਜੰਗਮ ਨੇ, ਜਿਨ੍ਹਾਂ ਨੇ ਇੱਕ ਪ੍ਰਭੂ ਨੂੰ ਧਿਆਇਆ ਹੈ। ਇੱਥੇ ਪਰਿਭਾਸ਼ਾ ਹੀ ਬਦਲ ਕੇ ਜੋਗੀਆਂ ਜੰਗਮਾਂ ਦੀ ਰੱਖ ਦਿੱਤੀ। ਕਹਿੰਦੇ ਮਹਾਰਾਜ ਸਾਡੇ ਨਜ਼ਰਾਂ ਦੇ ਵਿੱਚ ਤਾਂ ਇੱਕ ਪ੍ਰਭੂ ਨੂੰ ਧਿਆਉਣ ਵਾਲੇ ਹੀ ਪੁੱਗੇ ਹੋਏ ਜੋਗੀ, ਸਾਧੂ, ਸਿੱਧ ਔਰ ਜੰਗਮ ਹਨ। ਪਰ ਸਤ ਪੈਰ ਸਿਜਤ ਤੇ ਸੁਆਮੀ, ਆਖਰ ਜਿਨ ਕੋ ਆਇਆ। ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਸਮਝ ਦੇ ਵਿੱਚ ਆ ਗਿਆ। ਅੱਖਰ ਜਿਨ ਕੋ ਆਇਆ, ਅੱਖਰ ਦਾ ਮਤਲਬ ਹੈ ਸਿੱਖਿਆ, ਉਪਦੇਸ਼। ਜਿਨ ਕੋ ਆਇਆ, ਜਿਨ੍ਹਾਂ ਦੀ ਸਮਝ ਵਿੱਚ ਪੈ ਗਿਆ, ਜਿਨ੍ਹਾਂ ਨੂੰ ਸੋਝੀ ਹੋ ਗਈ, ਜਿਨ੍ਹਾਂ ਨੇ ਪ੍ਰਭੂ ਦੇ ਪੈਰ ਜਿਹੜੇ ਨੇ ਪਰਸ ਲਏ, ਪਰਸਤ ਪੈਰ। ਸਿਜਤ ਤੇ ਸੁਆਮੀ, ਸੁਆਮੀ ਦੇ ਚਰਨਾਂ ਨੂੰ ਜਿਨ੍ਹਾਂ ਨੇ ਸੋ ਲਿਆ, ਪਰਸ ਲਿਆ। ਪਰਸ ਦਾ ਮਤਲਬ ਹੈ ਚੂਣਾ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਨੂੰ ਛੂ ਲਿਆ, ਹਜ਼ੂਰ ਕਹਿੰਦੇ ਨੇ ਉਹ ਫਿਰ ਸਿੱਜਤ ਤੇ, ਸਿੱਜਤ ਦਾ ਮਤਲਬ ਸਿੱਜਣਾ, ਸਫਲ ਹੋ ਜਾਣਾ। ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਅੱਖਰ ਜਿਨ ਕੋ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ, ਗੁਰੂ ਦਾ ਉਪਦੇਸ਼ ਸਮਝ ਵਿੱਚ ਆ ਗਿਆ। ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ। ਹਜ਼ੂਰ ਕਹਿੰਦੇ ਨੇ हे ਪ੍ਰਭੂ, ਮੈਂ ਤਾਂ ਤੇਰਾ ਨਾਮ ਜਪਦਾ ਹਾਂ। ਮੈਂ ਕਿਸੇ ਹੋਰ ਸੋ ਕਾਲਡ ਜਪ ਨੂੰ, ਕਿਸੇ ਤਪ ਨੂੰ, ਕਿਸੇ ਵੀ ਅਖੌਤੀ ਸੰਜਮ ਨੂੰ, ਕਿਸੇ ਕਰਮ ਕਾਂਡ ਨੂੰ ਨਹੀਂ ਜਾਣਦਾ। ਜਿਹੜੇ ਬਹੁਤੇ ਦੱਸਦੇ ਨੇ ਨਾ, ਆਹ ਕਰਮ ਕਾਂਡ ਕਰੋ, ਆਹ ਕਰਮ ਕਾਂਡ ਕਰੋ, ਇਸ ਮੰਤਰ ਦਾ ਜਾਪ ਕਰੋ, ਇਹਦੀ ਇਸ ਸਿੱਧੀ ਵਾਸਤੇ ਇਹ ਕਰੋ। ਕਹਿੰਦੇ ਮੈਨੂੰ ਕੁਛ ਨਹੀਂ ਕਰਨਾ ਆਂਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਂ ਤਾਂ ਉਹ ਉੱਥੇ ਖੜਾ ਹਾਂ। ਮੈਂ ਤਾਂ ਕੇਵਲ ਨਾਮ ਜਪੀ ਪ੍ਰਭ ਤੇਰਾ, ਹੈ ਪ੍ਰਭੂ, ਕੇਵਲ ਤੇਰਾ ਨਾਮ ਹੀ ਜਪਦਾ ਹਾਂ। ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੈ ਸ਼ਬਦ ਨਿਬੇਰਾ। ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਪਰਮੇਸ਼ਰ ਪ੍ਰਭੂ ਮਿਲ ਪਿਆ ਹੈ। ਜਿਹਨੂੰ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ, ਹਜ਼ੂਰ ਕਹਿੰਦੇ ਨੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸੱਚੇ ਸ਼ਬਦ ਦੇ ਨਾਲ ਉਹਦੇ ਜੀਵਨ ਦਾ ਨਿਬੇੜਾ ਹੋ ਜਾਂਦਾ ਹੈ। ਬਸ ਗੁਰੂ ਅੱਗੇ ਅਰਦਾਸ ਕਰੀਏ ਕਿ हे ਸੱਚੇ ਪਾਤਸ਼ਾਹ, ਸਾਡੀ ਵੀ ਬੇੜੀ ਹੈ, ਤੁਹਾਡੇ ਚਰਨਾਂ ਦੇ ਵਿੱਚ ਹੈ। ਆਪ ਕਿਰਪਾ ਕਰਕੇ ਸਾਡੇ ਜੀਵਨ ਦੀ ਬੇੜੀ ਨੂੰ ਤਾਰ ਦਿਓ, ਮਿਹਰ ਕਰ ਦਿਓ। ਇਹ ਗੁਰੂ ਅੱਗੇ ਅਰਦਾਸ ਕਰਨੀ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਜੀ ਬਖਸ਼ਣ ਯੋਗ ਹੋ। ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ। ਸਾਰੀਆਂ ਸੰਗਤਾਂ ਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹਨਾਂ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਮਾਫ ਕਰ ਦੇਣੀਆਂ। ਫਤਿਹ ਦੀ ਸਾਂਝ ਕਰੀਏ ਔਰ ਇਹ ਅਖੀਰਲੀਆਂ ਪੰਕਤੀਆਂ ਜਿਹੜੀਆਂ ਨੇ ਮਿਲ ਕੇ ਪੜ੍ਹਦਿਆਂ ਹੋਇਆਂ ਫਿਰ ਫਤਿਹ ਬੁਲਾਈਏ। ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ। ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ